ਆਮ ਤੌਰ ਤੇ ਜਦੋਂ ਕਿਸੇ ਨੇ ਕੋਈ ਚੀਜ਼ ਸਮਝਾਣੀ ਹੋਵੇ ਤਾਂ ਅਸੀਂ ਇੱਕ ਅੱਖਰ ਵਰਤਦੇ ਹਾਂ, ਇਤਿਹਾਸ ਗਵਾਹ ਹੈ। ਇਤਿਹਾਸ ਕਿਉਂ ਕਿਹਾ ਜਾਂਦਾ ਗਵਾਹ ਹੈ? ਕਿਉਂਕਿ ਇਤਿਹਾਸ ਦੇ ਵਿੱਚ ਬੀਤੀਆਂ ਹੋਈਆਂ ਘਟਨਾਵਾਂ ਦਾ ਵੇਰਵਾ ਸਾਨੂੰ ਦੱਸਦਾ ਹੈ ਕਿ ਕੀ ਗਲਤੀਆਂ ਹੋਈਆਂ ਸੀ, ਉਹਨਾਂ ਦਾ ਕੀ ਨਤੀਜਾ ਨਿਕਲਿਆ ਔਰ ਉਹਨਾਂ ਦਾ ਕੀ ਭੁਗਤਣਾ ਕੀ ਪਿਆ ਉਹਨਾਂ ਚੀਜ਼ਾਂ ਤੋਂ ਸਾਨੂੰ। ਉਹ ਇਸੇ ਕਰਕੇ ਸਾਨੂੰ ਇਤਿਹਾਸ ਨੂੰ ਸਮਝਣ ਦੀ ਜ਼ਰੂਰਤ ਪੈਂਦੀ ਹੈ, ਇਤਿਹਾਸ ਨੂੰ ਖੰਗੋਲਣ ਦੀ ਜ਼ਰੂਰਤ ਪੈਂਦੀ ਹੈ। ਹੁਣ ਅਸੀਂ ਸ਼ੁਰੂ ਕਰਨ ਲੱਗੇ ਹਾਂ ਇੱਕ ਲੜੀਵਾਰ ਵਾਰਤਾ ਪੰਜਾਬ ਦੇ ਇਤਿਹਾਸ ਬਾਰੇ। ਪੰਜਾਬ ਦਾ ਇਤਿਹਾਸ ਤੇ ਹਿੰਦੁਸਤਾਨ ਦਾ ਇਤਿਹਾਸ ਆਪਸ ਦੇ ਵਿੱਚ ਦੋਨੋਂ ਬਹੁਤ ਇਹਨਾਂ ਦਾ ਆਪਸ ਮੇਲ ਜੋਲ ਹੈ। ਕਿਉਂ? ਕਿਉਂਕਿ ਹਿੰਦੁਸਤਾਨ ਦੀ ਹਿਸਟਰੀ ਪੰਜਾਬ ਦੀ ਹਿਸਟਰੀ ਤੋਂ ਵੱਖ ਨਹੀਂ ਕੀਤੀ ਜਾ ਸਕਦੀ। ਜਿੰਨੇ ਵੀ ਹਿੰਦੁਸਤਾਨ ਤੇ ਰਾਜ ਪਾਟ ਹੋਏ ਨੇ ਉਹਨਾਂ ਦਾ ਪੰਜਾਬ ਦੇ ਰਸਤੇ ਤੋਂ ਰਾਜ ਪਾਟ ਸ਼ੁਰੂ ਹੋਇਆ। ਇਸੇ ਕਰਕੇ ਜਦੋਂ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਪੰਜਾਬ ਦੀ, ਤਾਂ ਅਸੀਂ ਸ਼ੁਰੂ ਕਰਦੇ ਹਾਂ ਮੈਡੀਵਲ ਹਿਸਟਰੀ ਤੋਂ ਸ਼ੁਰੂ ਕਰਦੇ ਹਾਂ, ਜਿੱਥੋਂ ਕਿ ਹਿੰਦੁਸਤਾਨ ਦੇ ਉੱਤੇ ਅਟੈਕਸ ਸ਼ੁਰੂ ਹੋਏ ਔਰ ਹਿੰਦੁਸਤਾਨ ਦੀ ਤਕਦੀਰ ਜਿਹੜੀ ਸੀ ਉਹ ਬਦਲੀ ਗਈ। ਤਾਂ ਚਲੋ ਅੱਜ ਆਪਾਂ ਪਹਿਲੀ ਜਿਹੜੀ ਗੱਲ ਕਰਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਮੁਸਲਿਮ ਧਰਮ ਕਿਵੇਂ ਆਇਆ। ਅਸੀਂ ਜਿਹੜੀ ਵਾਰਤਾਲਾਪ ਕਰਾਂਗੇ, ਦੋ ਪੁਆਇੰਟਸ ਤੋਂ ਇਹ ਬਹੁਤ ਇੰਪੋਰਟੈਂਟ ਹੈ। ਇੱਕ ਤਾਂ ਇਹ ਹਿਸਟੋਰੀਕਲ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਹੈ, ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਐਗਜ਼ਾਮ 'ਚ ਕੁਐਸਚਨ ਆ ਸਕਦੇ ਨੇ ਇਹਦੇ ਬਾਰੇ 'ਚੋਂ। ਸੈਕੰਡਲੀ ਇਟ ਇਜ਼ ਇੰਪੋਰਟੈਂਟ ਟੂ ਨੋ ਦਾ ਹਿਸਟਰੀ ਆਲਸੋ। ਔਰ ਜਿਹੜੀ ਆਪਾਂ ਗੱਲ ਕਰਾਂਗੇ ਥੋੜ੍ਹੇ ਜਿਹੇ ਇੰਟਰਸਟਿੰਗ ਫੈਕਟਸ ਦੇ ਨਾਲ ਕਰਾਂਗੇ ਤਾਂ ਕਿ ਉਹਨਾਂ 'ਚ ਸੁਣਨ 'ਚ ਵੀ ਤੁਹਾਨੂੰ ਮਜ਼ਾ ਆਵੇ। ਜਿਹੜੀ ਮੈਂ ਗੱਲ ਤੁਹਾਡੇ ਨਾਲ ਅੱਜ ਕਿੱਸਾ ਜਾਂ ਜਿਹੜੀ ਹਿਸਟਰੀ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ, ਦੈਟ ਇਜ਼, ਮੈਂ ਤੁਹਾਨੂੰ ਪਹਿਲਾਂ ਦੱਸਿਆ, ਦੈਟ ਇਜ਼ ਫਸਟ ਮੁਸਲਿਮ ਰੂਲ ਇਨ ਇੰਡੀਆ। ਤਾਂ ਜਦੋਂ ਆਪਾਂ ਇੱਥੇ ਦੇਖੀਏ ਨਾ, ਫਸਟ ਆਫ ਆਲ ਵਟ ਡੂ ਵੀ ਸੀ, ਦਿਸ ਇਜ਼ ਇੰਡੀਆ ਇਨ 700 AD। 700 ਈਸਵੀ ਦੇ ਵਿੱਚ ਹਿੰਦੁਸਤਾਨ ਦਾ ਨਕਸ਼ਾ ਤਕਰੀਬਨ ਇਸ ਤਰੀਕੇ ਦਾ ਸੀਗਾ। ਔਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਸ ਵੇਲੇ ਤਕਰੀਬਨ ਹਿੰਦੁਸਤਾਨ ਦੇ ਵਿੱਚ ਕੋਈ ਕਹਿੰਦਾ 70 ਦੇ ਕਰੀਬ ਰਾਜੇ ਸੀਗੇ, ਕੋਈ ਕਹਿੰਦਾ 100 ਤੋਂ ਜ਼ਿਆਦਾ ਰਾਜਪਾਟ ਸੀਗੇ ਨਾ। ਇਹਦਾ ਮਤਲਬ ਕਿ ਹਿੰਦੁਸਤਾਨ ਕੋਈ ਇੱਕ ਯੂਨਾਈਟਿਡ ਦੇਸ਼ ਨਹੀਂ ਸੀ। ਔਰ ਹਿਸਟਰੀ ਸਾਨੂੰ ਸਿਖਾਉਂਦੀ, ਸਬਕ ਕੀ ਸਿਖਾਉਂਦੀ ਹੈ ਕਿ ਕਮਜ਼ੋਰ ਕਦੇ ਬਚਿਆ ਨਹੀਂ ਔਰ ਤਾਕਤਵਰ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਤਾਕਤਵਰ ਵੀ ਨਹੀਂ ਰਿਹਾ। ਇਹ ਚੀਜ਼ ਵੀ ਸਾਨੂੰ ਹਿਸਟਰੀ ਸਿਖਾਉਂਦੀ ਹੈ। ਇਹੀ ਚੀਜ਼ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਨਾਓ ਵਟ ਵੀ ਸੀ ਹੇਅਰ, ਦਿਸ ਇਜ਼ I can say India in 700 AD। ਔਰ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਸੀਗਾ, that will be about ਸਿੰਧ। ਇਹ ਸਿੰਧ ਦਾ ਇਲਾਕਾ ਹੈ। ਇਹ ਸਿੰਧ ਦਾ ਇਲਾਕਾ ਕਿੱਥੇ ਪੈਂਦਾ ਹੈ? ਅੱਜ ਦੀ ਤਰੀਕ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੈ। ਔਰ ਜਿੱਥੇ ਆਪਣਾ ਇੰਡਸ ਰਿਵਰ ਜਾਂ ਸਿੰਧ ਦਰਿਆ ਜਾ ਕੇ ਅਰਬ ਸਾਗਰ ਦੇ ਵਿੱਚ ਡਿੱਗਦਾ ਹੈ, ਉਹਦੇ ਨਾਲ ਦੇ ਇਲਾਕੇ ਨੂੰ ਸਿੰਧ ਕਿਹਾ ਜਾਂਦਾ ਹੈ। ਠੀਕ ਹੈ। ਸੋ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਤਕਰੀਬਨ ਇਸ ਟਾਈਮ ਦੇ ਉੱਤੇ ਇੱਥੇ ਕਿਹਦਾ ਰਾਜ ਸੀਗਾ? ਇਸ ਇਲਾਕੇ ਦੇ ਉੱਤੇ ਇੱਕ ਰਾਜਾ ਸੀ ਸਹੀਰਸ, ਉਹਦਾ ਰਾਜ ਸੀਗਾ। ਔਰ ਇਹ ਵੀ ਸਾਨੂੰ ਜਾਣਨ ਦੀ ਜ਼ਰੂਰਤ ਹੈ ਕਿ ਤਕਰੀਬਨ ਇਸੇ ਟਾਈਮ ਤੋਂ ਥੋੜਾ ਚਿਰ ਪਹਿਲਾਂ ਆਪਣੇ ਅਰਬ ਵਾਲੇ ਇਲਾਕੇ ਦੇ ਵਿੱਚ ਪ੍ਰੋਫੈਟ ਮੁਹੰਮਦ ਉਹਨਾਂ ਨੇ ਇਸਲਾਮ ਧਰਮ ਦੀ ਨੀਂਹ ਵੀ ਰੱਖ ਲਈ ਸੀਗੀ। ਔਰ ਉਹਨਾਂ ਦੇ ਨਾਲ ਦੀ ਨਾਲ ਜਿਹੜੇ ਸੀਗੇ ਉਹਨਾਂ ਦੇ ਫੋਲੋਅਰ ਸੀਗੇ ਜਾਂ ਉਹਨਾਂ ਤੋਂ ਬਾਅਦ ਜਿਹੜੇ ਕੈਲਿਫਸ ਆਏ, ਖਲੀਫਾ ਆਏ, ਉਹਨਾਂ ਨੇ ਆਪਣਾ ਐਮਪਾਇਰ ਨੂੰ ਵਧਾਉਣ ਵਾਸਤੇ ਅਟੈਕਸ ਵੀ ਸ਼ੁਰੂ ਕਰ ਦਿੱਤੇ ਸੀਗੇ। ਸੋ ਸਹੀਰਸ ਸਿੰਧ ਦਾ ਰਾਜਾ ਸੀਗਾ ਔਰ ਉਹ ਪਰਸ਼ੀਆ ਤੋਂ ਇੱਕ ਅਟੈਕ ਦੇ ਵਿੱਚ ਉਹਦਾ ਮਾਰਿਆ ਗਿਆ। ਤਾਂ ਉਹਦਾ ਪੁੱਤਰ ਜਿਹੜਾ ਸੀਗਾ, ਬੈਕਵਰਡ ਕਮਿਊਨਿਟੀ ਅਸੀਂ ਜਿਵੇਂ ਕਿ ਹਿੰਦੂ ਧਰਮ 'ਚ ਕਹਿ ਲੈਂਦੇ ਹਾਂ ਕਿ ਵੀ ਬੈਕਵਰਡ ਕਮਿਊਨਿਟੀ, ਉੱਚ ਜਾਤੀ ਦਾ ਰਾਜਾ ਨਹੀਂ ਸੀ। ਸਹੀਰਸ ਇੱਕ ਨੀਵੀਂ ਜਾਤੀ ਦਾ ਰਾਜਾ ਸੀਗਾ। ਔਰ ਇਹ ਇੱਕ ਪਰਸ਼ੀਅਨ ਅਟੈਕ ਦੇ ਵਿੱਚ ਸਹੀਰਸ ਦੀ ਮੌਤ ਹੋ ਗਈ। ਔਰ ਉਸ ਤੋਂ ਬਾਅਦ ਉਹਦਾ ਮੁੰਡਾ ਜੀ ਸਹੀਰਸ 2 ਉਹਨੇ ਇੱਥੇ ਰਾਜ ਕੀਤਾ। ਜਦੋਂ ਉਹਨੇ ਰਾਜ ਕੀਤਾ ਤਾਂ ਤਕਰੀਬਨ ਥੋੜ੍ਹੀ ਦੇਰ ਬਾਅਦ ਉਹਦੀ ਵੀ ਡੈਥ ਹੋ ਗਈ। ਤਾਂ ਉਹਦਾ ਜਿਹੜਾ ਵਜ਼ੀਰ ਸੀਗਾ, ਵਜ਼ੀਰ ਜਿਹੜਾ ਚੱਚ ਵਜ਼ੀਰ ਸੀਗਾ, ਉਹਦੇ ਵਜ਼ੀਰ ਦਾ ਨਾਮ ਸੀ ਚੱਚ। ਨਾ ਚੱਚ ਨੇ ਇਸ ਸਹੀਰਸ ਦਾ ਜਿਹੜਾ ਮੁੰਡਾ ਸਹੀਰਸ 2 ਉਹਦੀ ਵੋਟੀ ਨਾਲ ਵਿਆਹ ਕਰਕੇ ਉਹ ਖੁਦ ਰਾਜਾ ਬਣ ਗਿਆ। ਦੈਟ ਇਜ਼ ਹਾਊ ਕਿ ਇੱਥੇ ਚੱਚ ਦਾ ਰਾਜ ਹੋ ਗਿਆ। ਚੱਚ ਦੀ ਮੌਤ ਤੋਂ ਬਾਅਦ ਚੱਚ ਦਾ ਮੁੰਡਾ ਦੈਟ ਇਜ਼ ਦਾਹਿਰ, ਇਹ ਇੱਥੇ ਦਾ ਰਾਜਾ ਬਣਿਆ। ਠੀਕ ਹੈ। ਤਕਰੀਬਨ 708 ਈਸਵੀ ਦੀ ਗੱਲ ਹੈ ਜਦੋਂ ਕਿ ਦਾਹਿਰ ਇੱਥੇ ਦਾ ਸਿੰਧ ਦਾ ਰਾਜਾ ਬਣਿਆ। ਸੋ ਦੈਟ ਇਜ਼ ਹਾਊ ਕਿ ਸਿੰਧ ਦੇ ਉੱਤੇ ਰਾਜਾ ਦਾਹਿਰ ਦਾ ਰਾਜ ਸੀਗਾ। ਔਰ ਇਸ ਵੇਲੇ ਘਟਨਾਵਾਂ ਦੁਨੀਆ ਦੇ ਵਿੱਚ ਕਿਹੜੀਆਂ ਹੋ ਰਹੀਆਂ ਸੀ ਨਾ,
ਆਮ ਤੌਰ ਤੇ ਅਸੀਂ ਕੀ ਕਰਦੇ ਹਾਂ, ਅਸੀਂ ਦੇਖਦੇ ਹਾਂ ਸਾਡਾ ਕੰਮਕਾਰ ਠੀਕ ਚੱਲ ਰਿਹਾ, ਸਾਡਾ ਰਾਜਪਾਟ ਠੀਕ ਚੱਲ ਰਿਹਾ, ਅਸੀਂ ਅਵੇਸਲੇ ਹੋ ਜਾਂਦੇ ਹਾਂ। ਪਰ ਦੁਨੀਆ ਦੇ ਵਿੱਚ ਕੀ ਹੋ ਰਿਹਾ, ਦੂਜੇ ਲੋਕ ਕੀ ਕਰ ਰਹੇ ਆ, ਉਹਨਾਂ ਦਾ ਸਾਡੇ ਤੇ ਕੀ ਅਸਰ ਹੋਏਗਾ, ਇਹ ਅਸੀਂ ਭੁੱਲ ਜਾਂਦੇ ਹਾਂ। ਸਿੰਧ ਦਰਿਆ ਅਸੀਂ ਦੇਖਿਆ ਕਿ ਅਰਬ ਦੇ ਸਾਗਰ ਦੇ ਉੱਤੇ ਕੰਢੇ ਦੇ ਉੱਤੇ ਪੈਂਦਾ ਹੈ, ਔਰ ਇਸੇ ਨਾਲ ਨਾਲ ਜਿਹੜਾ ਸੀਗਾ ਸੀ ਰੂਟ ਚੱਲਦੇ ਨੇ, ਔਰ ਸਿੰਧ ਦੇ ਨਾਲ ਦੇ ਜਿਹੜਾ ਏਰੀਆ ਹੋਰ ਪੈਂਦਾ ਹੈ ਉਹਨੂੰ ਜਿਹੜਾ ਸੀਗਾ ਮਕਰਾਨ ਕਿਹਾ ਜਾਂਦਾ ਸੀਗਾ। ਇੱਥੇ ਨਕਸ਼ਾ ਮਕਰਾਨ ਦਾ ਨਹੀਂ ਹੈ, ਮੈਂ ਤੁਹਾਨੂੰ ਅਗਲੇ ਨਕਸ਼ੇ ਦਿਖਾਊਂਗਾ। ਅੱਜ ਦੀ ਤਰੀਕ 'ਚ ਮਕਰਾਨ ਨੂੰ ਬਲੋਚਿਸਤਾਨ ਕਿਹਾ ਜਾਂਦਾ ਹੈ। ਔਰ ਇਹ ਜਿਹੜੇ ਬਲੋਚ ਲੋਕ ਨੇ, ਟਰਾਈਬਲ ਪੀਪਲ ਨੇ, ਵਟ ਦੇ ਯੂਜ਼ ਟੂ ਡੂ, ਦੇ ਯੂਜ਼ ਟੂ ਉੱਥੇ ਦੇ ਲੰਘਦੇ ਵੜਦੇ ਜਹਾਜ਼ਾਂ ਨੂੰ ਜਿਹੜਾ ਸੀ ਲੁੱਟ ਲੱਟ ਲੈਂਦੇ ਸੀਗੇ। ਤਾਂ ਜਿਹੜਾ ਮੁਸਲਿਮ ਐਮਪਾਇਰ ਦਾ ਸਭ ਤੋਂ ਵੱਡਾ, ਜਿਵੇਂ ਆਪਾਂ ਜਥੇਦਾਰ ਹੁੰਦੇ ਨੇ ਸਿੱਖ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਸ਼ੰਕਰਾਚਾਰਿਆ ਹੁੰਦੇ ਨੇ, ਤਾਂ ਮੁਸਲਿਮ ਧਰਮ ਦੇ ਵਿੱਚ ਖਲੀਫਾ, ਠੀਕ ਹੈ, ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਪ੍ਰਮੁੱਖ ਹੁੰਦਾ ਉਹ ਖਲੀਫਾ ਹੁੰਦਾ, ਉਹਨੂੰ ਕੈਲੀਫੇਟ ਕਿਹਾ ਜਾਂਦਾ ਸੀਗਾ। ਤਾਂ ਇਰਾਕ ਦੇ ਇਲਾਕੇ ਦੇ ਵਿੱਚ ਉੱਥੇ ਦਾ ਕੈਲਿਫ ਨੇ ਜਾਂ ਇਰਾਕ ਦਾ ਜਿਹੜਾ ਗਵਰਨਰ ਸੀਗਾ, ਉਹਨੇ ਉੱਥੇ ਫੌਜਾਂ ਭੇਜੀਆਂ ਤਾਂ ਕਿ ਇਹਨਾਂ ਨੂੰ ਦਬਾਇਆ ਜਾ ਸਕੇ ਔਰ ਤਾਂ ਕਿ ਉਹਦੇ ਸੀ ਰੂਟਸ ਪ੍ਰੋਪਰਲੀ ਚੱਲ ਸਕਣ। ਸੋ ਪਹਿਲਾਂ ਤਾਂ ਉਹਨਾਂ ਨੇ ਇਹ ਵਾਲਾ ਮਕਰਾਨ ਦਾ ਇਲਾਕਾ ਸੀ, ਉੱਥੇ ਥੋੜਾ ਜਿਹਾ ਕਬਜ਼ਾ ਕੀਤਾ, ਤਾਂ ਇਸ ਇਲਾਕੇ 'ਚ ਅਰਬ ਆ ਗਏ, ਦੈਟ ਇਜ਼ ਬਲੋਚਿਸਤਾਨ ਦੇ ਏਰੀਆ ਦੇ ਵਿੱਚ ਆ ਗਏ। ਉਸ ਤੋਂ ਬਾਅਦ ਵੀ ਜਦੋਂ ਇੱਕ ਕਿਹਾ ਜਾਂਦਾ ਕੋਈ ਝਗੜਾ ਹੋ ਗਿਆ ਤੇ ਉਹਦਾ ਜਿਹੜਾ ਸ਼ਿਪ ਸੀਗਾ ਉਹ ਲੁੱਟਿਆ ਗਿਆ, ਤਾਂ ਉਸਨੇ ਇਹ ਹੁਣ ਸੋਚ ਲਿਆ ਕਿ ਇਸ ਇਲਾਕੇ ਦੇ ਉੱਤੇ ਅਟੈਕ ਕਰਕੇ ਇਸ ਇਲਾਕੇ ਨੂੰ ਠੀਕ ਠਾਕ ਕੀਤਾ ਜਾਵੇ। ਤਾਂ ਉਹਨੇ 2 ਐਕਸਪੀਡੀਸ਼ਨ ਜਿਹੜੇ ਸੀਗੇ, ਇਰਾਕ ਦਾ ਗਵਰਨਰ ਅਲ ਹਿਜ਼ਾਜ਼, ਉਹਦਾ ਨਾਮ ਸੀਗਾ ਅਲ ਹਿਜ਼ਾਜ਼, ਅਲ ਹਿਜ਼ਾਜ਼, ਉਹਨੇ 2 ਐਕਸਪੀਡੀਸ਼ਨ ਭੇਜੇ। ਦੋਨੋਂ ਐਕਸਪੀਡੀਸ਼ਨ ਰਾਜਾ ਦਾਹਿਰ ਨਾਲ ਲੜਾਈ ਹੋਈ ਔਰ ਇਹਨੇ ਉਹਨਾਂ ਨੂੰ ਹਰਾ ਦਿੱਤਾ। ਤਾਂ ਇਸ ਦਾ ਉਸ ਨੂੰ ਬਹੁਤ ਗੁੱਸਾ ਰਿਹਾ ਕਿ ਸਾਡੀ ਫੌਜ ਹਾਰ ਗਈ ਹੈ। ਉਹਨੇ ਅਲ ਹਿਜ਼ਾਜ਼ ਨੇ ਹੁਣ ਆਪਣੇ ਭਤੀਜੇ ਨੂੰ, ਜਿਹੜਾ ਕਿ ਤਕਰੀਬਨ 16-17 ਸਾਲ ਦਾ ਮੁੰਡਾ ਸੀਗਾ, ਉਸ ਨੂੰ ਭੇਜਿਆ ਔਰ 16-17 ਸਾਲ ਦਾ ਜਿਹੜਾ ਮੁੰਡਾ ਸੀਗਾ ਉਹਨੂੰ ਫੌਜ ਦੇ ਕੇ ਭੇਜਿਆ ਔਰ ਕਿਹਾ ਕਿ ਆਪਾਂ ਨੇ ਇਸ ਸਿੰਧ ਦੇ ਇਲਾਕੇ ਦੇ ਉੱਤੇ ਅਟੈਕ ਕਰਨਾ ਔਰ ਇੱਥੇ ਕਬਜ਼ਾ ਕਰਨਾ ਹੈ। ਨਾ ਮੁਹੰਮਦ ਬਿਨ ਕਾਸਿਮ, ਇਰਾਕ ਦੇ ਗਵਰਨਰ ਦਾ ਭਤੀਜਾ, ਉਹ ਆਇਆ ਔਰ ਉਸਨੇ ਆ ਕੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਇਹ ਜਿਹੜਾ ਇੱਥੇ ਇੱਕ ਦੇਬਾਲ, ਇੱਕ ਬੰਦਰਗਾਹ ਹੈ, ਠੀਕ ਹੈ ਜੀ। ਤੁਹਾਨੂੰ ਕਰਾਚੀ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਣਾ। ਕਰਾਚੀ ਬੰਦਰਗਾਹ ਹੈ, ਪਾਕਿਸਤਾਨ ਦੀ ਸਭ ਤੋਂ ਵੱਡੀ ਬੰਦਰਗਾਹ ਮੰਨੀ ਜਾਂਦੀ ਹੈ ਉਹ। ਦੇਬਾਲ ਉਹਦੇ ਨਾਲ ਹੀ ਇੱਕ ਜਗ੍ਹਾ ਪੈਂਦੀ ਹੈ ਔਰ ਉੱਥੋਂ ਸੀ ਰੂਟ ਚੱਲਦੇ ਸੀਗੇ, ਉੱਥੇ ਜਹਾਜ਼ਾਂ ਦਾ ਬੇੜੇ ਚੱਲਦੇ ਸੀ ਉੱਥੇ। ਸੋ ਦੈਟ ਵਾਜ਼ ਦਾ, ਯੂ ਕੈਨ ਸੇ, ਐਂਟਰੀ ਟੂ ਦਿਸ ਪਰਟੀਕੂਲਰ ਸਿੰਧ ਏਰੀਆ। ਸੋ ਮੁਹੰਮਦ ਬਿਨ ਕਾਸਿਮ ਨੇ ਆਪਣੇ ਫੌਜਾਂ ਲੈ ਕੇ ਆਇਆ, ਪਰ ਜਿਹੜਾ ਅਟੈਕ ਕੀਤਾ ਪਹਿਲਾਂ ਉਹ ਦੇਬਾਲ ਦੇ ਇਲਾਕੇ ਦੇ ਉੱਤੇ ਅਟੈਕ ਹੋਇਆ ਔਰ ਦੇਬਾਲ ਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਗਿਆ। ਹੁਣ ਦਾਹਿਰ ਨੇ ਗਲਤੀ, ਵਨਸ ਅਗੇਨ, ਜਦੋਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀਗਾ ਕਿ ਲਮਹੋਂ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ, ਹੈ ਨਾ, ਉਹੀ ਗੱਲ ਹੋਈ ਕਿ ਦਾਹਿਰ ਨੇ ਦੇਬਾਲ ਨੂੰ ਜਿਹੜਾ ਸੀਗਾ ਉਹਦੀ ਸੁਰੱਖਿਆ ਨਹੀਂ ਕੀਤੀ। ਉਹ ਆਪਣੇ ਕਿਲੇ ਦੇ ਵਿੱਚ ਬੈਠਿਆ ਹੋਇਆ ਸੋਚ ਰਿਹਾ ਸੀਗਾ, ਮੇਰੇ ਕਿਲੇ ਜਿਹੜਾ ਸੀਗਾ ਇਹਨੂੰ ਤਾਂ ਕੋਈ ਨਹੀਂ ਛੇੜ ਸਕਦਾ, ਇੱਥੇ ਤਾਂ ਕੋਈ ਅਟੈਕ ਨਹੀਂ ਕਰ ਸਕਦਾ, ਇੱਥੇ ਮੈਂ ਨਹੀਂ ਹਾਰ ਸਕਦਾ। ਪਰ ਉਹਨਾਂ ਨੇ ਕੀ ਕੀਤਾ ਨਾ, ਇਹ ਜਿਹੜਾ ਮੈਪ ਮੈਂ ਤੁਹਾਨੂੰ ਦਿਖਾ ਰਿਹਾ, ਦਿਸ ਇਜ਼ ਉਸ ਵੇਲੇ ਕਿ ਮੁਗਲ ਐਮਪਾਇਰ, ਨਾ ਮੁਗਲ ਨਹੀਂ, ਅਸੀਂ ਮੁਸਲਿਮ ਐਮਪਾਇਰ ਕਹਿ ਸਕਦੇ ਹਾਂ ਕਿ ਨਾ, ਦਿਸ ਇਜ਼ ਦਾ ਏਰੀਆ ਜਿਹੜਾ ਕਿ ਸੈਂਟਰਲ ਏਰੀਆ ਹੈ ਜਿੱਥੋਂ ਕਿ ਇਹ ਸਾਰੇ ਪਾਸੇ ਫੈਲ ਗਿਆ ਸੀਗਾ। ਤੇ ਤਕਰੀਬਨ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਇਹ ਤੁਹਾਡਾ ਮਿਡਲ ਈਸਟ ਏਰੀਆ ਔਰ ਇਹ ਸਾਊਦੀ ਅਰੇਬੀਆ ਔਰ ਇਹ ਤੁਹਾਡਾ ਈਰਾਨ, ਇਰਾਕ, ਇਹ ਸਾਰੇ ਏਰੀਏ ਦੇ ਵਿੱਚ ਜਿਹੜਾ ਸੀਗਾ ਮੁਸਲਿਮ ਐਮਪਾਇਰ ਜਿਹੜਾ ਸੀ ਇਹ ਫੈਲ ਚੁੱਕਿਆ ਹੋਇਆ ਸੀ। ਨਾ ਅੱਗੇ ਦੇਖਦੇ ਹਾਂ ਅਸੀਂ ਇਸ ਤੋਂ ਬਾਅਦ ਫਿਰ ਇਹ ਕਿ ਜਿਵੇਂ ਤੁਹਾਨੂੰ ਦੱਸਿਆ, ਇਹ ਦੇਬਾਲ ਦੇ ਉੱਤੇ ਅਟੈਕ ਕਰ ਲਿਆ ਔਰ ਜਿਹੜੀ ਇਹਨਾਂ ਦੀ ਰਾਜਧਾਨੀ ਸੀ ਅਰੋੜ, ਜਾਂ ਰੋਡ ਕਹਿ ਦਿੰਦੇ ਆ ਜਾਂ ਰਵਾੜਾ ਕਹਿ ਦਿੰਦੇ ਆ, ਉਸਨੂੰ ਆਪਣਾ ਸੋਚਿਆ ਕਿ ਮੈਂ ਆਪਣੇ ਕਿਲੇ ਦੇ ਅੰਦਰ ਮਜ਼ਬੂਤ ਹਾਂ, ਇਹਨੂੰ ਕੋਈ ਅਟੈਕ ਨਹੀਂ ਕਰ ਸਕਦਾ, ਇੱਥੇ ਮੈਂ ਸੁਰੱਖਿਅਤ ਹਾਂ। ਆਹ ਇਹ ਸਿੰਧ ਦਰਿਆ ਆਉਂਦਾ, ਠੀਕ ਹੈ ਜੀ। ਇੱਕ ਉਹਦਾ ਕਿਲਾ ਇੱਥੇ ਸੀਗਾ ਔਰ ਇੱਕ ਜਿਹੜਾ ਸੀਗਾ ਕਿਲਾ ਉਹਦਾ ਸਿੰਧ ਦਰਿਆ ਸੀ। ਸਿੰਧ ਦਰਿਆ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਿੰਧ ਦਰਿਆ ਬਹੁਤ ਵੱਡਾ ਦਰਿਆ ਹੈ। ਇਹਨੂੰ ਸਮੁੰਦਰ ਵਾਂਗ ਹੀ ਮੰਨਿਆ ਜਾਂਦਾ ਹੈ ਔਰ ਇਹ ਸਮਝਿਆ ਜਾਂਦਾ ਕਿ ਇਹਨੂੰ ਪਾਰ ਕਰਨਾ ਬਹੁਤ ਔਖਾ ਹੈ। ਸੋ ਦੇਬਾਲ ਇਹ ਮੁਹੰਮਦ ਬਿਨ ਦੇ ਕਬਜ਼ੇ 'ਚ ਆ ਗਿਆ। ਇਹਦਾ ਇੱਕ ਰਾਜਧਾਨੀ ਦਾ ਹਿੱਸਾ ਇੱਧਰਲੇ ਪਾਸੇ ਸਿੰਧ ਦੇ ਪੱਛਮ ਵਾਲੇ ਪਾਸੇ ਸੀਗਾ। ਲੜਾਈ ਹੋਈ, ਕੁਝ ਲੱਗਿਆ, ਦਾਹਿਰ ਆਪਣਾ ਸਿੰਧ ਦੇ
ਜਿਹੜਾ ਸੀਗਾ ਈਸਟ ਵਾਲੇ ਪਾਸੇ ਜਾਂ ਅਸੀਂ ਕਹਿੰਦੇ ਕਿ ਪੂਰਬ ਵਾਲੇ ਪਾਸੇ ਚਲਾ ਗਿਆ, ਆਪਣੇ ਕਿਲੇ ਦੇ ਵਿੱਚ ਚਲਾ ਗਿਆ। ਨਾ ਹੁਣ ਮੁਹੰਮਦ ਬਿਨ ਕਾਸਿਮ ਟਰਾਈਡ ਕਿ ਉਹ ਸਿੰਧ ਦਾ ਦਰਿਆ ਪਾਰ ਕਰਕੇ ਉੱਥੇ ਅਟੈਕ ਕਰੇ, ਔਰ ਦਾਹਿਰ ਨੇ ਕੋਸ਼ਿਸ਼ ਕੀਤੀ ਕਿ ਉਹ ਨਾ ਪਾਰ ਕਰ ਸਕੇ ਸਿੰਧ ਦਰਿਆ, ਪਰ ਮੁਹੰਮਦ ਬਿਨ ਕਾਸਿਮ ਨੇ ਜਿਹੜੇ ਬੋਟਮੈਨ ਸੀਗੇ ਜਾਂ ਹੋਰ ਲੋਕਲ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਰਿਸ਼ਵਤ ਵਗੈਰਾ ਦੇ ਕੇ, ਪੈਸਾ ਦੇ ਕੇ ਹੀ ਵਾਜ਼ ਏਬਲ ਟੂ ਕ੍ਰਾਸ ਸਿੰਧ ਦਰਿਆ। ਔਰ ਜਦੋਂ ਸਿੰਧ ਦਰਿਆ ਕ੍ਰਾਸ ਕੀਤਾ ਤਾਂ ਫਿਰ ਉਸ ਲੜਾਈ ਦੇ ਵਿੱਚ ਇਹ ਦਾਹਿਰ ਮਾਰਿਆ ਗਿਆ, ਔਰ ਉਹਦੇ ਮੰਤਰੀਆਂ ਨੇ ਦਾਹਿਰ ਨੂੰ ਕਿਹਾ ਸੀਗਾ। ਨਾ ਇੰਟਰਸਟਿੰਗ ਆਸਪੈਕਟਸ ਕੀ ਆਉਂਦੇ ਨੇ ਔਰ ਐਗਜ਼ਾਮ 'ਚ ਕੁਐਸਚਨ ਕਿਸ ਤਰੀਕੇ ਦੇ ਪੁੱਛੇ ਜਾਂਦੇ ਨੇ ਉਹ ਤੁਹਾਨੂੰ ਮੈਂ ਬਾਅਦ ਦੱਸਾਂਗਾ, ਕਿਉਂਕਿ ਬਹੁਤ ਇੰਟਰਸਟਿੰਗ ਫੈਕਟਸ ਨੇ ਇੱਥੇ ਜਿਹੜੇ ਤੁਹਾਨੂੰ ਦੇਖਣ ਵਾਲੇ ਨੇ, ਸਮਝਣ ਵਾਲੇ ਨੇ। ਉਹ ਦਾਹਿਰ ਨੂੰ ਉਹਦੇ ਮੰਤਰੀਆਂ ਨੇ ਕਿਹਾ ਕਿ ਤੁਸੀਂ ਆਪਣੀ ਫੈਮਿਲੀ ਨੂੰ ਹਿੰਦੁਸਤਾਨ ਦੇ ਦੂਜੇ ਇਲਾਕੇ ਦੇ ਵਿੱਚ ਭੇਜ ਦਿਓ ਤਾਂ ਕਿ ਉਹ ਸੇਫ ਰਹੇ, ਔਰ ਜੇ ਕੁਝ ਇੱਥੇ ਅਨਹੋਣੀ ਹੋ ਜਾਂਦੀ ਹੈ ਤਾਂ ਤੁਸੀਂ ਵੀ ਇੱਥੋਂ ਬਚ ਕੇ ਨਿਕਲ ਸਕੋ। ਪਰ ਦਾਹਿਰ ਆਪਣੇ ਆਪ ਦੇ ਵਿੱਚ ਇੱਕ ਮਜ਼ਬੂਤ ਔਰ ਤਾਕਤਵਰ ਰਾਜਾ ਸੀਗਾ ਔਰ ਅਣਖੀ ਰਾਜਾ ਸੀਗਾ। ਉਹ ਕਹਿੰਦਾ ਕਿ ਮੇਰੇ ਵਜ਼ੀਰ ਇੱਥੇ ਨੇ, ਮੇਰੇ ਰਜਵਾੜੇ ਇੱਥੇ ਨੇ, ਮੇਰੇ ਨੋਬਲਸ ਇੱਥੇ ਬੈਠੇ ਨੇ, ਜੇ ਮੈਂ ਆਪਣੀ ਫੌਜ ਆਪਣੀ ਜਿਹੜੀ ਫੈਮਿਲੀ ਨੂੰ ਉੱਥੇ ਭੇਜ ਦਿਆਂਗਾ ਤਾਂ ਇਹਨਾਂ ਦੀਆਂ ਫੈਮਲੀਆਂ ਦਾ ਕੀ ਹੋਏਗਾ। ਹੀ ਡਿਡ ਨਾਟ ਸੈਂਡ ਹਿਸ ਫੈਮਿਲੀ। ਸੋ ਵੀ ਕੈਨ ਸੇ ਇੱਕ ਬਹਾਦਰ ਰਾਜਾ ਸੀ ਉਹ, ਪਰ ਗਲਤੀ ਕੀਤੀ। ਗਲਤੀ ਕੀ ਕੀਤੀ? ਉਸਨੇ ਦੈਬੋਲ ਨੂੰ ਜਿਹੜਾ ਸੀਗਾ ਉਹ ਨਹੀਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਜਦੋਂ ਦਾਹਿਰ ਮਾਰਿਆ ਗਿਆ ਤਾਂ ਦਾਹਿਰ ਦੀ ਵੋਟੀ ਰਾਣੀ ਬਾਈ ਉਹ ਯੁੱਧ ਵਿੱਚ ਉਤਰ ਆਈ, ਔਰ ਤਕਰੀਬਨ ਕਹਿੰਦੇ ਨੇ 8 ਮਹੀਨੇ ਯੁੱਧ ਚੱਲਦਾ ਰਿਹਾ, ਪਰ ਅਲਟੀਮੇਟਲੀ ਉਹਦੇ ਵੀ ਸਾਧਨ ਮੁੱਕ ਗਏ, ਔਰ ਜਿਹੜਾ ਸੀਗਾ ਉਹ ਵੀ ਲੜਾਈ ਦੇ ਵਿੱਚ, ਲੜਾਈ 'ਚ ਨਹੀਂ ਮਾਰੀ ਗਈ, ਉਹਨੇ ਜੌਹਰ ਕਮਿਟ ਕੀਤਾ। ਜੌਹਰ ਤੁਹਾਨੂੰ ਪਤਾ ਹੋਣਾ, ਜੇ ਪਦਮਾਵਤ ਪਿਕਚਰ ਦੇਖੀ ਹੋਵੇ ਕਿ ਅਗਨੀ ਕੁੰਡ ਬਣਾ ਕੇ ਉਹਦੇ ਵਿੱਚ ਔਰਤਾਂ ਉਹਦੇ ਵਿੱਚ ਛਾਲ ਮਾਰ ਦਿੰਦੀਆਂ ਸੀ, ਉਹਨੂੰ ਜੌਹਰ ਕਿਹਾ ਜਾਂਦਾ। ਸੋ ਸ਼ੀ ਕਮਿਟਡ ਸੁਸਾਈਡ। ਸੋ ਦੈਟ ਇਜ਼ ਹਾਊ ਕਿ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਸਿੰਧ ਵਾਲਾ ਇਲਾਕਾ ਹੈ, ਇਸ ਇਲਾਕੇ ਦੇ ਉੱਤੇ ਇਹ ਦਾਹਿਰ ਦਾ ਫੋਟੋ ਹੈ, ਔਰ ਦਿਸ ਇਜ਼ ਮੁਹੰਮਦ ਬਿਨ ਕਾਸਿਮ। ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇਹ ਸਾਰੀ ਕਹਾਣੀ ਮੈਂ ਤੁਹਾਨੂੰ ਸੁਣਾ ਚੁੱਕਿਆ ਹੋਇਆ। ਇਹ ਸਿੰਧ ਵਾਲੇ ਇਲਾਕੇ ਦੇ ਉੱਤੇ ਜਿਹੜਾ ਸੀਗਾ ਮੁਹੰਮਦ ਬਿਨ ਕਾਸਿਮ ਦਾ ਰਾਜ ਹੋ ਗਿਆ, ਠੀਕ ਹੈ ਜੀ। ਔਰ ਖਲੀਫਾ ਤੋਂ ਉਸ ਨੂੰ ਜਿਹੜਾ ਸੀਗਾ ਇੱਕ ਤੋਹਫਾ ਵੀ ਆ ਗਿਆ ਕਿ ਹੀ ਵਾਜ਼ ਉੱਥੇ ਦਾ ਗਵਰਨਰ ਅਪਾਇੰਟ ਕਰ ਦਿੱਤਾ ਗਿਆ। ਹੁਣ ਇਹਦੇ 'ਚ ਇੰਟਰਸਟਿੰਗ ਗੱਲ ਸਟੋਰੀ ਕਿਹੜੀ ਸੀ, ਉਹ ਬਹੁਤ ਇੰਟਰਸਟਿੰਗ ਹੈ, ਹੁਣ ਧਿਆਨ ਨਾਲ ਸੁਣਿਓ। ਵਾਟ ਹੈਪਨਡ ਕਿ ਜਦੋਂ ਮੁਹੰਮਦ ਬਿਨ ਕਾਸਿਮ ਨੇ ਇਸ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ, ਔਰ ਦਾਹਿਰ ਦੀ ਵੋਟੀ ਰਾਣੀ ਬਾਈ ਸ਼ੀ ਆਲਸੋ ਕਮਿਟਡ ਜੌਹਰ, ਤਾਂ ਇਹਦੀਆਂ 3 ਧੀਆਂ ਸੀਗੀਆਂ ਦਾਹਿਰ ਦੀਆਂ, ਉਹ ਇਹਨੇ ਕਾਬੂ ਕਰ ਲਿੱਤੀਆਂ। ਕਿਉਂਕਿ ਆਮ ਤੌਰ 'ਤੇ ਲੜਾਈਆਂ ਦੇ ਵਿੱਚ ਔਰਤਾਂ ਨੂੰ ਉਹਨਾਂ ਨੂੰ ਕੈਦ ਕਰ ਲਿੱਤਾ ਜਾਂਦਾ ਸੀ ਔਰ ਹਰਮ ਦੇ ਵਿੱਚ ਲੈ ਜਾਂਦੇ ਸੀ। ਹਰਮ ਕੀ ਤੁਹਾਨੂੰ ਆਈ ਥਿੰਕ ਯੂ ਮਸਟ ਬੀ ਨੋਇੰਗ ਆਲਸੋ ਕਿ ਇੱਕ ਤਾਂ ਉੱਥੇ ਵਿਆਹ ਨਹੀਂ ਸੀ ਕਰਦੇ, ਆਪਣੇ ਹਰਮ ਦੇ ਵਿੱਚ ਔਰਤਾਂ ਨੂੰ ਰੱਖਦੇ ਸੀਗੇ ਆਪਣੇ ਪਲੇਜਰ ਵਾਸਤੇ ਉਹ। ਸੋ ਮੁਹੰਮਦ ਬਿਨ ਕਾਸਿਮ ਨੇ ਦਾਹਿਰ ਦੀ 2 ਕੁੜੀਆਂ ਨੂੰ, ਤੀਜੀ ਕੁੜੀ ਦਾ ਨਹੀਂ ਪਤਾ ਲੱਗਿਆ ਕੀ ਹੋਇਆ, ਸ਼ਾਇਦ ਸ਼ੀ ਆਲਸੋ ਕਮਿਟਡ ਜੌਹਰ, ਆਈ ਐਮ ਨਾਟ ਵੈਰੀ ਸ਼ੋਰ ਆਫ ਦੈਟ, ਇਹਦਾ ਨਹੀਂ ਪਤਾ ਲੱਗਿਆ। ਪਰ 2 ਕੁੜੀਆਂ ਨੂੰ ਉਹਨੇ ਜਿਹੜਾ ਇਸਲਾਮ ਧਰਮ ਦਾ ਸਭ ਤੋਂ ਵੱਡਾ ਖਲੀਫਾ ਸੀਗਾ ਉਹਦੇ ਕੋਲ ਤੋਹਫੇ ਦੇ ਤੌਰ ਤੇ ਭੇਜ ਦਿੱਤਾ, ਉਹਨਾਂ ਦੇ ਹਰਮ ਦੇ ਵਿੱਚ ਐਡ ਕਰਨ ਵਾਸਤੇ। ਸੋ ਦੈਟ ਇਜ਼ ਹਾਊ ਉਹਦੀਆਂ 2 ਧੀਆਂ, ਉਹਨਾਂ ਦੇ ਜਿਹੜੇ ਨਾਮ ਸੀਗੇ that was ਸਰਜਾ ਦੇਵੀ ਐਂਡ ਪ੍ਰਮਲਾ ਦੇਵੀ, ਪਰਮਲ ਦੇਵੀ ਐਂਡ ਸੂਰਜ ਦੇਵੀ, ਇਹ ਉਹਨਾਂ ਦੇ ਨਾਮ ਸੀਗੇ। ਇਹ ਉਹਨਾਂ ਦੇ ਹਰਮ ਦੇ ਵਿੱਚ ਭੇਜੀਆਂ ਗਈਆਂ, ਔਰ ਜਦੋਂ ਹਰਮ ਦੇ ਵਿੱਚ ਉਹਨਾਂ ਦੇ ਲੜਕੀਆਂ ਭੇਜੀਆਂ ਗਈਆਂ ਤਾਂ ਉੱਥੇ ਉਹਨਾਂ ਨੇ ਖਲੀਫਾ ਨੂੰ ਇਹ ਦੱਸਿਆ ਕਿ ਸਾਨੂੰ ਇੱਥੇ ਭੇਜਣ ਤੋਂ ਪਹਿਲਾਂ ਵੀ ਹੈਵ ਬਿਨ ਵਾਇਲੇਟਡ, ਸਾਡੇ ਨਾਲ ਫਿਜ਼ੀਕਲ ਰਿਲੇਸ਼ਨ ਜਿਹੜੇ ਸੀਗੇ ਮੁਹੰਮਦ ਬਿਨ ਕਾਸਿਮ ਨੇ ਬਣਾਏ ਸੀਗੇ, ਔਰ ਉਸ ਤੋਂ ਬਾਅਦ ਸਾਨੂੰ ਇੱਥੇ ਭੇਜਿਆ ਗਿਆ। ਤਾਂ ਖਲੀਫਾ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਇਆ ਕਿ ਨਾ, ਇਹ ਮੰਨਿਆ ਜਾਂਦਾ ਕਿ ਵੀ ਉਹ ਇੰਪਿਓਰ ਹੋ ਗਈਆਂ ਕੁੜੀਆਂ ਉਹ, ਠੀਕ ਹੈ। ਔਰ ਉਸਨੇ ਜਿਹੜਾ ਸੀਗਾ ਇੱਕ ਯੂਜ਼ਡ ਸਮਾਨ ਜਿਹੜੇ ਮੇਰੇ ਵਾਸਤੇ ਤੋਹਫੇ ਦੇ ਵਿੱਚ ਭੇਜ ਦਿੱਤਾ, ਉਸਨੂੰ ਉਸ ਚੀਜ਼ ਦਾ ਇੰਨਾ ਗੁੱਸਾ ਆਇਆ, ਉਹਨੇ ਮੁਹੰਮਦ ਬਿਨ ਕਾਸਿਮ ਨੂੰ ਬੁਲਾ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। 715-16 ਈਸਵੀ ਦੇ ਵਿੱਚ ਮੁਹੰਮਦ ਬਿਨ ਕਾਸਿਮ ਜਿਹੜਾ ਉਸ ਵੇਲੇ ਮਸਾਂ ਹੀ 18-19 ਸਾਲ ਉਮਰ ਦਾ ਸੀਗਾ, ਉਹ ਮਾਰਿਆ ਗਿਆ, ਠੀਕ ਹੈ। ਦੈਟ ਇਜ਼ ਦ ਇੰਟਰਸਟਿੰਗ ਸਟੋਰੀ। ਹੋਰ ਇਹਦੇ ਨਾਲ ਕੀ ਹੋਇਆ, ਜਦੋਂ ਮੁਹੰਮਦ ਬਿਨ ਕਾਸਿਮ ਮਾਰਿਆ ਗਿਆ ਤਾਂ ਕੁੜੀਆਂ ਨੇ ਕਿਹਾ ਕਿ ਅਸੀਂ ਬਦਲਾ ਲੈ ਲਿਆ, ਹੁਣ ਆਪਣੇ ਪਿਓ ਦੀ ਮੌਤ ਦਾ, ਆਪਣੀ ਮਾਂ ਦੀ ਮੌਤ ਦਾ ਬਦਲਾ ਲੈ ਲਿਆ। ਮੁਹੰਮਦ ਬਿਨ ਕਾਸਿਮ ਨੇ ਕੁਛ ਨਹੀਂ ਸੀ ਕੀਤਾ, ਪਰ ਮੁਹੰਮਦ ਬਿਨ ਕਾਸਿਮ ਨੇ ਸਾਡੇ ਪਿਓ ਨੂੰ ਮਾਰਿਆ, ਸਾਡੀ ਮਾਂ ਨੂੰ ਜੌਹਰ ਕਰਨਾ ਪਿਆ, ਔਰ
ਅਸੀਂ ਜਿਹੜਾ ਸੀ ਇਸ ਨੂੰ ਮਰਵਾ ਕੇ ਆਪਣਾ ਬਦਲਾ ਲੈ ਲਿਆ। ਤਾਂ ਖਲੀਫਾ ਨੂੰ ਉਸ ਗੱਲ ਦਾ ਵੀ ਇੰਨਾ ਗੁੱਸਾ ਆਇਆ, ਉਹਨੇ ਕਿਹਾ ਕਿ ਇਹਨਾਂ ਦੋਨੋਂ ਕੁੜੀਆਂ ਨੂੰ ਘੋੜੇ ਦੀ ਪੂੰਛਾਂ ਨਾਲ ਬੰਨ੍ਹ ਕੇ ਸੜਕਾਂ ਤੇ ਘੜੀਸਿਆ ਜਾਵੇ ਉਦੋਂ ਤੱਕ ਜਦੋਂ ਤੱਕ ਇਹਨਾਂ ਦੀ ਮੌਤ ਨਹੀਂ ਹੋ ਜਾਂਦੀ। ਸੋ ਇਸ ਤਰੀਕੇ ਨਾਲ ਇਹ ਦੋ ਬਹਾਦਰ ਕੁੜੀਆਂ ਨੇ ਆਪਣੀ ਜਾਨ ਦੇ ਦਿੱਤੀ। ਔਰ ਜਿਹੜਾ ਸੀਗਾ ਪਰ ਅਸੀਂ ਜਿਹੜੀ ਗੱਲ ਕਰਦੇ ਹਾਂ ਕਿ ਸਿੰਧ ਦੇ ਇਲਾਕੇ ਦੇ ਉੱਤੇ ਤਾਂ ਜਿਹੜਾ ਸੀਗਾ ਅਰਬ ਰੂਲਰਸ ਦਾ ਕਬਜ਼ਾ ਹੋ ਗਿਆ। ਹੁਣ ਇੱਥੇ ਇੱਕ ਦੋ ਗੱਲਾਂ ਹੋਰ ਸਮਝਣ ਵਾਲੀਆਂ ਨੇ ਜਿਹੜੀਆਂ ਕਿ ਜ਼ਰੂਰੀ ਨੇ। ਇੱਕ ਗੱਲ ਤਾਂ ਇਹ ਕਿ ਇਹ ਸਿੰਧ ਦਾ ਇਲਾਕਾ, ਇਸ ਇਲਾਕੇ ਦੇ ਵਿੱਚ ਅਰਬਸ ਦਾ ਕਬਜ਼ਾ। ਨਾਓ Muslims are of different varieties and different origins also. ਇੱਕ ਅਰਬ ਨੇ, ਇੱਕ ਟਰਕਿਸ਼ ਨੇ, ਇੱਕ ਅਫਗਾਨਸ ਨੇ, ਇੱਕ ਤੁਹਾਡੇ ਦੂਜੇ ਹੋਰ ਸੈਂਟਰਲ ਏਸ਼ੀਆ ਤੋਂ ਉੱਥੋਂ ਵੀ ਆਏ। ਸੋ ਇਹਨਾਂ ਦੇ ਵੀ ਆਪਸ ਵਿੱਚ ਝਗੜੇ ਰਹੇ। ਪਰ ਇਹ ਜਿਹੜਾ ਅਰਬ ਵਾਲਾ ਇਲਾਕਾ ਸੀਗਾ, ਇਹ 712 ਦੇ ਵਿੱਚ ਇਹਨਾਂ ਦਾ ਕਬਜ਼ਾ ਤਾਂ ਹੋ ਗਿਆ, ਪਰ ਇਹ 300 ਸਾਲ ਤੱਕ ਇਹ ਆਪਣਾ ਐਮਪਾਇਰ ਵਧਾ ਨਹੀਂ ਪਾਏ। ਕਿਉਂ ਨਹੀਂ ਵਧਾ ਪਾਏ? ਕਿਉਂਕਿ ਇਸ ਇਲਾਕੇ ਦੇ ਵਿੱਚ ਹਿੰਦੂ ਸ਼ਾਹੀ ਰਾਜੇ ਸੀਗੇ ਔਰ ਇਧਰਲੇ ਪਾਸੇ ਭੱਟੀ ਗੁਰਜਰੀ ਪ੍ਰਤਿਹਾਰਸ ਕਹਿੰਦੇ ਅਸੀਂ ਉਹਨਾਂ ਨੂੰ, ਉਹਨਾਂ ਦਾ ਰਾਜਪਾਟ ਸੀਗਾ। ਔਰ ਦੇ ਵਰਕਡ ਐਜ਼ ਅ ਬੁਲਵਰਕ ਕਿ ਉਹਨਾਂ ਨੇ ਇਹਨਾਂ ਦੇ ਰਾਜਪਾਟ ਨੂੰ ਅੱਗੇ ਵਧਣ ਨਹੀਂ ਦਿੱਤਾ ਔਰ ਇਸ ਨੂੰ ਇੱਥੇ ਰੋਕ ਰੱਖਿਆ। ਸੋ ਆਪਣੇ ਕੋਲ ਕੁਐਸਚਨ ਇਹ ਆ ਜਾਂਦਾ ਹੈ, ਇਹ ਹਿੰਦੂ ਸ਼ਾਹੀ ਰਾਜੇ ਕੌਣ ਸੀ ਔਰ ਇਹ ਕਿਹੜੇ ਇਲਾਕੇ ਦੇ ਉੱਤੇ ਇਹਨਾਂ ਦਾ ਰਾਜ ਸੀਗਾ। ਔਰ ਤੀਸਰੀ ਗੱਲ ਇਹ ਵੀ ਆ ਜਾਂਦੀ ਹੈ ਕਿ ਜਦੋਂ ਪਹਿਲੀ ਗੱਲ ਤਾਂ ਆਪਾਂ ਇਹ ਸਮਝ ਲਈ ਕਿ ਸਨ 712 ਦੇ ਪਹਿਲੀ ਵਾਰ ਮੁਸਲਿਮ ਜਿਹੜਾ ਧਰਮ ਸੀਗਾ ਉਹ ਹਿੰਦੁਸਤਾਨ ਦੇ ਵਿੱਚ ਆਇਆ ਔਰ ਉਹਨੇ ਆਪਣਾ ਰਾਜ ਕਾਇਮ ਕੀਤਾ। ਦੂਜੀ ਗੱਲ ਹੋਰ ਜਿਹੜੀ ਇੰਪੋਰਟੈਂਟ ਹੈਗੀ ਹੈ ਫਰੋਮ ਦਾ ਪੁਆਇੰਟ ਆਫ ਵਿਊ ਆਫ ਐਗਜ਼ਾਮੀਨੇਸ਼ਨ कि जजिया की चीज़ है, ज़कात की चीज़ है और जजिया कदों शुरू होया। ठीक है, जजिया इज़ ए टैक्स ऑन नॉन मुस्लिम्स कि जदों राजा ने किसी इलाके के उत्ते कब्जा कर लिया होवे मुस्लिम फौजा ने आके, तो फौजा नूं जिहड़े कि राजे की मदद करते हैं उन्हां दे उत्ते कोई टैक्स नहीं लगता, पर जिन्हां दी प्रोटैक्शन करता राजा उन्हां दे उत्ते टैक्स लगांदा है। ठीक है जी, उन्होंने जजिया कहा। ज़कात इज़ पेड बाय मुस्लिम्स, मुस्लिम जिहड़े ने ज़कात पे करते हैं। ज़कात का मतलब की है कि वह धर्म के नाम के उत्ते या कुछ चंगे कामों वास्ते, जिवें आपां कहंदे कि सिख धर्म कहंदे दसवंध दिता या हिंदू धर्म कहंदे दान दिता, उस तरीके का ज़कात हुंदा है। और जिहड़े लोकी लड़ाई दे पार्टिसिपेट नहीं करते उन्होंने उत्ते उन्होंने कहा कि जजिया लगाया जाएगा। सो जजिया वॉज इंपोज्ड ऑन ऑल एबल मैन। औरतां बच्चों ते बुढ़िया के उत्ते जजिया नहीं सी लगाया जाता, पर बाकी बंदियां दे उत्ते जजिया लगाया गया। सो असीं देखते हैं कि जजिया कित्थों शुरू होया। ये मुहम्मद बिन कासिम के टाइम तो जजिया भी इत्थे शुरू होया। सो असीं देखिया जजिया की है, ज़कात की है। असीं ये भी देखांगे हिंदू शाही यह एम्पायर कित्थे दा सीगा, इस चीज़ को भी देखांगे। सो यह सारी कहानी का सानू पता कित्थों लगता है। हुण तीजा क्वेश्चन ये बनता है, एक चचनामा लिखा गया है, 13वीं सदी के चचनामा लिखा गया सीगा। तुसीं देखिया सीगा कि हू वाज चच जिहड़ा सीगा ओह उत्थे दा बामन राजा सीगा सिंध दा, जिन्हें कि सहरस की दूजे की वोटी दे नाल विआह करके वो उत्थे दा राजा बनिया सीगा। ਉਹਦੀ गाथा है चचनामा, ਉਹਦੇ ਵਿੱਚ ਇਹ ਸਾਰੀਆਂ ਗਾਥਾਵਾਂ ਲਿਖੀਆਂ ਹੋਈਆਂ ਨੇ, ਉਹਦੇ ਵਿੱਚ ਉਹ ਸਾਰੀਆਂ ਇਹਨਾਂ ਗੱਲਾਂ ਦਾ ਪਤਾ ਲੱਗਦਾ। ਸੋ ਇਸ ਤਰੀਕੇ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀਆਂ ਛੋਟੀਆਂ ਕਹਾਣੀਆਂ ਪੜ੍ਹਨ ਦੀ, ਸੁਣਨ ਦੀ, ਸਮਝਣ ਦੀ ਔਰ ਉਹਨਾਂ ਦੇ ਨਾਲ ਇਹ ਵੀ ਦੇਖਣ ਦੀ ਕਿ ਇਹ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਸਾਨੂੰ ਕਿੱਥੇ ਇੰਪੋਰਟੈਂਟ ਹੋ ਜਾਂਦੀਆਂ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ 3-4 ਕੁਐਸਚਨ ਬਣਦੇ ਨੇ ਜਿਹੜਿਆਂ ਦੇ ਬਾਰੇ ਐਗਜ਼ਾਮ 'ਚ ਕੋਈ ਚੀਜ਼ ਪੁੱਛੀ ਜਾ ਸਕਦੀ ਹੈ। ਕੱਲ੍ਹ ਆਪਾਂ ਦੇਖਾਂਗੇ ਹਿੰਦੂ ਸ਼ਾਹੀ ਕੀ ਸੀ ਔਰ ਉਹਨਾਂ ਦੇ ਨਾਲ ਇਸ ਇਲਾਕੇ ਦੇ ਵਿੱਚ ਕੀ ਹੋਇਆ। ਫਿਰ ਅਸੀਂ ਇੱਕ ਹੋਰ ਦੇਖਾਂਗੇ ਅਫਗਾਨਿਸਤਾਨ ਦਾ ਨਾਮ ਅਫਗਾਨਿਸਤਾਨ ਕਿਵੇਂ ਪਿਆ, ਇਹ ਵੀ ਬਹੁਤ ਇੰਟਰਸਟਿੰਗ ਸਟੋਰੀ ਹੈ। ਇਹ ਆਪਾਂ ਫਿਰ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਚੀਜ਼ ਨੂੰ ਵੀ ਦੇਖਾਂਗੇ। ਇਹਦੇ ਨਾਲ ਹੀ ਅੱਜ ਦੀ ਪਹਿਲੀ ਲੜੀ ਆਪਾਂ ਪੂਰੀ ਕਰਦੇ ਹਾਂ, ਫਿਰ ਆਪਾਂ ਦੂਜੀ ਲੜੀ ਸ਼ੁਰੂ ਕਰਾਂਗੇ। ਥੈਂਕ ਯੂ।